ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅਤੇ ਸਾਡੇ ਚੈਨਲ ਦੇ ਸਭੀ ਵਿਊਅਰਸ, ਆਪ ਸਭ ਜੀਆਂ ਦਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ NV ਕਲਾਸਿਸ ਬਾਈ ਨੀਤੂ ਗਰਗ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪੜਾਂਗੇ ਪਾਠ 9 ਜਮਾਤ 8ਵੀਂ ਪੰਜਾਬੀ ਦੀ ਪੁਸਤਕ ਉਡਾਨ ਵਿੱਚੋਂ। ਹਰਿਆਣਾ ਬੋਰਡ ਦੇ ਅੰਤਰਗਤ ਆਉਂਦਾ ਹੈ ਤੇ ਸਾਡੇ ਪਾਠ ਦਾ ਨਾਮ ਹੈ ਫਸਲਾਂ ਦੀ ਕਹਾਣੀ, ਜਿਹੜਾ ਮੂਲ ਰੂਪ ਨਾਲ ਦੇਵਿੰਦਰ ਮੇਵਾੜੀ ਜੀ ਦੁਆਰਾ ਲਿਖਿਆ ਗਿਆ, ਜਦੋਂ ਕਿ ਇਸ ਦਾ ਅਨੁਵਾਦ ਜਿਹੜਾ ਹੈ ਉਹ ਖੁਸ਼ਵੰਤ ਬਰਗਾੜੀ ਜੀਆਂ ਦੁਆਰਾ ਕੀਤਾ ਗਿਆ ਹੈ। ਬੱਚਿਓ, ਬਹੁਤ ਪਹਿਲਾਂ ਦੀ ਗੱਲ ਹੈ ਕਿ ਬਹੁਤ ਪੁਰਾਣੀ ਸਾਡੀ ਕਹਾਣੀ, ਸੱਚ ਮੰਨੋ ਤਾਂ ਅਸੀਂ ਹੀ ਤੁਹਾਡੀ ਮਨੁੱਖੀ ਸੱਭਿਅਤਾ ਦੇ ਬੀਜ ਬੀਜੇ ਹਨ। ਨਹੀਂ ਤਾਂ ਤੁਹਾਡੇ ਪੁਰਖ ਕੀ ਸਨ? ਸਿਰਫ ਆਦਿ ਮਨੁੱਖ ਹੀ ਨਹੀਂ ਹੀ ਨਾ। ਲਗਭਗ 1 ਲੱਖ ਸਾਲ ਪੁਰਾਣੇ ਦੀ ਗੱਲ ਹੈ, ਬਹੁਤ ਜ਼ਿਆਦਾ ਸਮਾਂ ਪਹਿਲਾਂ ਦੀ ਗੱਲ ਹੈ। ਤੁਹਾਡੇ ਪੁਰਖੇ ਮਤਲਬ ਸਾਡੇ ਮਨੁੱਖ ਦੇ ਪੁਰਖੇ ਮਤਲਬ ਪੂਰਵਜ ਉਦੋਂ ਗੁਫਾਵਾਂ ਵਿੱਚ ਰਹਿੰਦੇ ਸਨ। 1 ਲੱਖ ਸਾਲ ਪਹਿਲਾਂ ਜਿਹੜਾ ਆਦਿ ਮਾਨਵ ਹੈ, ਜਿਹੜੇ ਸਾਡੇ ਪੂਰਵਜ ਨੇ, ਪੁਰਖੇ ਨੇ, ਉਹ ਘਰਾਂ ਵਿੱਚ ਨਹੀਂ ਰਹਿੰਦੇ ਸਨ ਅਤੇ ਨਾ ਹੀ ਖੇਤੀ ਕਰਦੇ ਸਨ, ਬਲਕਿ ਗੁਫਾਵਾਂ ਵਿੱਚ ਰਹਿੰਦੇ ਸਨ। ਭੋਜਨ ਲਈ ਥਾਂ ਥਾਂ 'ਤੇ ਭਟਕਦੇ ਰਹਿੰਦੇ ਸਨ। ਚਾਰੇ ਪਾਸੇ ਸੰਘਣੇ ਜੰਗਲ ਅਤੇ ਉਹਨਾਂ ਜੰਗਲਾਂ ਵਿੱਚ ਸੀ ਜੰਗਲੀ ਜਾਨਵਰ, ਹਰੇ ਭਰੇ ਦਰਖਤ, ਘਾਹ, ਲੰਮੀਆਂ ਵੇਲਾਂ ਅਤੇ ਵੇਲਾਂ ਮਤਲਬ ਇੱਥੇ ਕਲਾਈਂਬਰਸ ਹੈ, ਅਤੇ ਝਾੜੀਆਂ ਮਤਲਬ ਜਿਹੜੀ ਕਾਂਟੇਦਾਰ ਬੂਟੇ ਹੁੰਦੇ ਨੇ, ਕੰਡੇਦਾਰ ਬੂਟੇ, ਉਹਨਾਂ ਨੂੰ ਝਾੜੀਆਂ ਕਿਹਾ ਜਾਂਦਾ ਹੈ। ਭੁੱਖ ਲੱਗਦੀ ਤਾਂ ਸਾਡੇ ਪੁਰਖੇ ਆਦਿ ਮਾਨਵ ਭੋਜਨ ਦੀ ਭਾਲ ਵਿੱਚ ਨਿਕਲਦੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਜਾਂ ਕੰਦਮੂਲ ਇਕੱਠਾ ਕਰਕੇ ਲਿਆਉਂਦੇ। ਕੰਦਮੂਲ ਕੀ ਹੈ? ਇੱਕ ਦਰਖਤ ਦੇ ਫਲ ਨੇ ਕੰਦਮੂਲ। ਇਹੀ ਉਹਨਾਂ ਦਾ ਭੋਜਨ ਸੀ, ਕੰਦਮੂਲ, ਕੱਚੇ ਫਲ ਫੁੱਲ ਅਤੇ ਮਾਸ। ਉਸ ਸਮੇਂ ਆਦਿ ਮਾਨਵ ਕੋਲ ਖਾਣ ਲਈ ਅੱਜ ਵਾਲੀਆਂ ਡਿਸ਼ਿਜ਼ ਨਹੀਂ ਸੀਗੀਆਂ, ਸਗੋਂ ਉਹ ਕੰਦਮੂਲ ਅਤੇ ਕੱਚੇ ਫਲ ਅਤੇ ਫੁੱਲ ਅਤੇ ਮਾਸ ਹੀ ਖਾ ਕੇ ਗੁਜ਼ਾਰਾ ਕਰਦਾ ਸੀ। ਇੱਕ ਵਾਰ ਦੀ ਗੱਲ ਹੈ, ਆਦਿ ਮਨੁੱਖ ਸ਼ਿਕਾਰ ਦੀ ਭਾਲ ਵਿੱਚ ਨਿਕਲਿਆ ਅਤੇ ਗੁਫਾ ਵਿੱਚ ਉਸਦੀ ਪਤਨੀ ਅਤੇ ਬੱਚੇ ਸਨ। ਉਹ ਬਾਹਰ ਨਿਕਲੇ, ਹਵਾ ਵਿੱਚ ਲਹਿਰਾਉਂਦੇ ਘਾਹ ਨੂੰ ਵੇਖਿਆ। ਉਦੋਂ ਹੀ ਉਸਦੇ ਕੁਝ ਬੀਜ ਡਿੱਗ ਪਏ, ਜਿਨ੍ਹਾਂ ਨੂੰ ਉਹ ਆਪਣੀ ਗੁਫਾ ਵਿੱਚ ਲੈ ਗਏ ਸਨ, ਕਿਉਂਕਿ ਉਹ ਜਿਹੜੇ ਸੀ ਬਹੁਤ ਸਾਰੇ ਕੱਚੇ ਫਲ ਫੁੱਲ ਲੈ ਕੇ ਜਾਂਦੇ ਸਨ ਆਪਣੀ ਗੁਫਾਵਾਂ ਦੇ ਵਿੱਚ। ਤਾਂ ਇੱਕ ਦਿਨ ਕੀ ਹੋਇਆ, ਜਦੋਂ ਕਿ ਬਾਹਰ ਆ ਰਿਹਾ ਸੀ ਆਪਣੀ ਗੁਫਾ ਤੋਂ, ਤਾਂ ਉਸਦੇ ਕੋਲ ਥੋੜ੍ਹੇ ਜਿਹੇ ਬੀਜ ਸਨ ਅਤੇ ਹਵਾ ਲਹਿਰਾ ਰਹੀ ਸੀ, ਉੱਥੇ ਉਹਦੇ ਬੀਜ ਡਿੱਗ ਪਏ। ਡਿੱਗਣ ਨਾਲ ਕੀ ਹੋਇਆ, ਜਿਹੜੇ ਬੀਜ ਸੀ ਉਹਨਾਂ ਨੂੰ ਉਹਨੇ ਬਾਹਰ ਸੁੱਟ ਦਿੱਤਾ ਅਤੇ ਮੀਂਹ ਪਿਆ ਧੀਰੇ ਹੌਲੀ ਹੌਲੀ, ਅਤੇ ਧਰਤੀ ਗਿੱਲੀ ਹੋ ਗਈ ਅਤੇ ਨਮੀ ਪਾ ਕੇ, ਨਮੀ ਦਾ ਕੀ ਅਰਥ ਹੈ ਦੱਸੋ ਮੈਨੂੰ? ਨਮੀ ਦਾ ਅਰਥ ਕੀ ਹੈ? ਸਿਲ ਪਾ ਕੇ ਬੀਜ ਪੁੰਗਰਨੇ ਸ਼ੁਰੂ ਹੋ ਗਏ, ਮਤਲਬ ਬੀਜਾਂ ਵਿੱਚੋਂ ਛੋਟੇ ਛੋਟੇ ਪੌਦੇ ਨਿਕਲਣੇ ਸ਼ੁਰੂ ਹੋ ਗਏ। ਫੁਟਾਰਾ ਹੌਲੀ ਹੌਲੀ ਘਾਹ ਵਿੱਚ ਬਦਲ ਗਿਆ, ਮਤਲਬ ਉਹ ਜਿਹੜੇ ਛੋਟੇ ਛੋਟੇ ਪੌਦੇ ਸੀ ਉਹ ਘਾਹ ਵਿੱਚ ਬਦਲ ਗਏ। ਉਸ ਵਿੱਚੋਂ ਫਿਰ ਤੋਂ ਬੀਜ ਬਣ ਗਏ ਅਤੇ ਉਹ ਬੀਜ ਫਿਰ ਝੜ ਗਏ। ਪਰਿਵਾਰ ਹੈਰਾਨੀ ਨਾਲ ਵੇਖਦਾ ਰਹਿ ਗਿਆ। ਉਹਨਾਂ ਫਿਰ ਤੋਂ ਬੀਜ ਇਕੱਠੇ ਕੀਤੇ ਅਤੇ ਧਰਤੀ ਵਿੱਚ ਦੱਬ ਦਿੱਤੇ। ਬੀਜ ਫਿਰ ਉੱਗ ਗਏ। ਸਮਝੋ, ਸਾਡਾ ਨਵਾਂ ਜਨਮ ਹੋ ਗਿਆ। ਸਾਡਾ ਮਤਲਬ ਫਸਲਾਂ ਦਾ ਨਵਾਂ ਜਨਮ ਹੋ ਗਿਆ। ਇੱਥੇ ਫਸਲਾਂ ਆਪਣੀ ਕਹਾਣੀ ਕਹਿ ਰਹੀਆਂ ਹਨ। ਹਾਂ, ਸਾਡੇ ਵਿੱਚੋਂ ਕਈ ਫਸਲਾਂ ਨੂੰ ਇਸੇ ਤਰ੍ਹਾਂ ਤੁਹਾਡੇ ਪੁਰਖਿਆਂ ਨੇ ਪਾਲਤੂ ਬਣਾਇਆ। ਪਾਲਤੂ ਮਤਲਬ ਪਾਲਣ ਵਾਲੇ। ਪਾਲਤੂ ਦਾ ਕੀ ਅਰਥ ਹੈ? ਪਾਲਣ ਵਾਲੇ। ਇੱਥੇ ਪਾਲਤੂ ਸ਼ਬਦ, ਪਾਲਤੂ ਸਿਰਫ ਜਾਨਵਰਾਂ ਲਈ ਨਹੀਂ ਹੁੰਦਾ, ਪਾਲਤੂ ਕਿਸੇ ਵੀ ਸ਼ਬਦ ਲਈ ਹੋ ਸਕਦਾ ਹੈ, ਕਿਸੇ ਵੀ ਚੀਜ਼ ਲਈ ਹੋ ਸਕਦਾ ਹੈ। ਕਈ ਫਸਲਾਂ ਦੇ ਬੀਜ ਬੀਜੇ, ਕਈ ਫਸਲਾਂ ਦੀ ਜੜ੍ਹਾਂ ਲਾਈਆਂ। ਇਸ ਤਰ੍ਹਾਂ ਖੇਤੀ ਦੀ ਸ਼ੁਰੂਆਤ ਹੋ ਗਈ। ਖੇਤੀ ਦੀ ਸ਼ੁਰੂਆਤ ਕਿਉਂ ਹੋਈ? ਸਾਡੇ ਪੁਰਖਿਆਂ ਨੇ ਫਸਲਾਂ ਦੇ ਬੀਜ ਬੀਜੇ, ਉਹਨਾਂ ਦੇ ਜੜ੍ਹਾਂ ਲਾਈਆਂ, ਇਸ ਪ੍ਰਕਾਰ ਖੇਤੀ ਦੀ ਸ਼ੁਰੂਆਤ ਹੋ ਗਈ। ਇਹ ਜਿਹੜੀ ਅਸੀਂ ਫੋਟੋ ਦੇਖ ਰਹੇ ਹਾਂ, ਇਹਦੇ ਵਿੱਚ ਇੱਕ ਆਦਿ ਮਾਨਵ ਔਰਤ ਬੀਜ ਖਿਲਾਰਦੀ ਹੋਈ ਹੈ। ਘਾਹ ਫੂਸ ਸਾਫ਼ ਕਰਕੇ ਮਨੁੱਖ ਨੇ ਖੇਤੀ ਬਣਾਉਣੇ ਸ਼ੁਰੂ ਕਰ ਦਿੱਤੇ। ਹੁਣ ਖੇਤ ਬਣਾਉਣੇ ਸ਼ੁਰੂ ਕਰਤੇ। ਘਾਹ ਫੂਸ ਸਾਫ਼ ਕਰ ਲਿਆ, ਖੇਤ ਬਣਾਏ ਸਾਫ਼, ਲੱਕੜ ਪੱਥਰ ਜਾਨਵਰਾਂ ਦੇ ਸਿੰਗਾਂ ਨਾਲ ਉਹ ਸਾਡੇ ਬੀਜਾਂ ਨੂੰ ਬੀਜਣ ਲੱਗ ਪਏ, ਕਿਉਂਕਿ ਤੇ ਸਾਰੀ ਕਹਾਣੀ ਜਿਹੜੀ ਹੈ ਉਹ ਫਸਲਾਂ ਕਹਿ ਰਹੀਆਂ ਹਨ। ਫਿਰ ਉਸਨੇ ਹੌਲੀ ਹੌਲੀ ਹਲ ਦੀ ਖੋਜ ਕਰ ਲਈ। ਉਹ ਜੰਗਲੀ ਜਾਨਵਰਾਂ ਨੂੰ ਫੜ ਕੇ ਪਾਲਤੂ ਬਣਾਇਆ, ਉਹਨਾਂ ਤੋਂ ਖੇਤੀ ਦਾ ਕੰਮ ਕਰਾਇਆ। ਬਲਦ, ਘੋੜੇ, ਗਧੇ ਉਸ ਦਾ ਹਲ ਖਿੱਚਣ ਲੱਗ ਪਏ। ਹੌਲੀ ਹੌਲੀ ਖੇਤ ਵੀ ਵੱਧ ਗਏ। ਖੇਤੀ ਫੈਲਦੀ ਚਲੀ ਗਈ। ਉਸ ਨੂੰ ਲੋੜ ਲਈ ਕਾਫੀ ਅਨਾਜ ਪ੍ਰਾਪਤ ਹੋਣ ਲੱਗ ਪਿਆ। ਭੋਜਨ ਦਾ ਪ੍ਰਬੰਧ ਹੋ ਜਾਣ ਕਾਰਨ ਉਹ ਜੰਗਲਾਂ ਵਿੱਚ ਘਟ ਜਾਣ ਲੱਗ ਪਿਆ। ਦਰਿਆਵਾਂ ਦੇ ਕਿਨਾਰੇ ਜ਼ਮੀਨ 'ਤੇ ਵਧੀਆ ਬੀਜ ਉੱਗਦੇ ਸਨ, ਭਰਪੂਰ ਉਪਜ ਹੁੰਦੀ ਸੀ। ਉਪਜ ਮਤਲਬ ਫਸਲ। ਇਸ ਲਈ ਉਹ ਨਦੀਆਂ ਦੇ ਕਿਨਾਰੇ ਰਹਿਣ ਲੱਗ ਗਿਆ। ਕਈ ਪਰਿਵਾਰ ਨੇੜੇ ਨੇੜੇ ਰਹਿਣ ਲੱਗੇ। ਹੌਲੀ ਹੌਲੀ ਪਿੰਡ ਬਣ ਗਏ। ਬਸ ਇਹੀ ਸਮਾਂ ਸੀ
ਜਦੋਂ ਕਿ ਅੱਜ ਤੋਂ ਲਗਭਗ 1,20,000 ਤੋਂ ਲੈ ਕੇ 1 ਲੱਖ ਸਾਲ ਦੇ ਵਿਚਕਾਰ ਪਹਿਲਾਂ ਤੁਹਾਡੇ ਪੁਰਖਾਂ ਨੇ ਖੇਤੀ ਕਰਨੀ ਸਿੱਖੀ। ਇਸ ਨਵੀਂ ਖੋਜ ਨੇ ਉਸ ਨੂੰ ਖੁਸ਼ਹਾਲ ਬਣਾਇਆ ਤੇ ਫਿਰ ਸੱਭਿਅਤਾ ਦੇ ਰਾਹ 'ਤੇ ਅੱਗੇ ਵਧਿਆ। ਦਰਿਆਵਾਂ ਦੇ ਕਿਨਾਰਿਆਂ ਉੱਤੇ ਪਿੰਡ ਵਸੇ। ਪਿੰਡ ਕਸਬਿਆਂ ਵਿੱਚ, ਕਸਬਿਆਂ ਦਾ ਅਰਥ ਹੁੰਦਾ ਛੋਟੇ ਸ਼ਹਿਰ। ਪਿੰਡਾਂ ਦੇ ਨਾਲ ਲੱਗਦੇ ਛੋਟੇ ਸ਼ਹਿਰਾਂ ਨੂੰ ਕਸਬੇ ਕਿਹਾ ਜਾਂਦਾ ਹੈ। ਠੀਕ ਹੈ, ਜਿਵੇਂ ਕਿ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਕੋਲ ਜਿਹੜਾ ਛੋਟਾ ਸ਼ਹਿਰ ਹੈ ਉਹ ਕਸਬਾ ਹੈ, ਜਿਹੜਾ ਵੱਡਾ ਸ਼ਹਿਰ ਹੈ ਉਹ ਨਗਰ ਹੈ। ਫਿਰ ਕਸਬੇ ਨਗਰਾਂ ਵਿੱਚ ਬਦਲ ਗਏ ਤੇ ਇਸ ਪ੍ਰਕਾਰ ਮਨੁੱਖੀ ਸੱਭਿਅਤਾ ਦਾ ਵਿਕਾਸ ਹੋਇਆ। ਸਿੰਧੂ ਘਾਟੀ ਦੀ ਸੱਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਤਨ ਸੱਭਿਅਤਾ ਸੀ। ਮਤਲਬ ਜਿਹੜੀ ਕਿ ਪਿੰਡਾਂ ਤੋਂ ਕਸਬੇ, ਕਸਬਿਆਂ ਤੋਂ ਸ਼ਹਿਰ ਵਿੱਚ ਬਦਲੀ ਹੋਈ ਸੱਭਿਅਤਾ, ਸਭ ਤੋਂ ਪ੍ਰਾਚੀਨ ਸੱਭਿਅਤਾ ਜਿਹੜੀ ਹੈ ਉਹ ਸਿੰਧੂ ਘਾਟੀ ਦੀ ਸੱਭਿਅਤਾ ਹੈ। ਸਿੰਧੂ ਘਾਟੀ ਦੇ ਨਿਵਾਸੀਆਂ ਨੇ ਸਾਡੀ ਖੇਤੀ ਕੀਤੀ। ਸਾਡੀ ਮਤਲਬ ਫਸਲਾਂ ਦੀ, ਕਣਕ, ਜੌਂ, ਕਪਾਹ, ਤਿਲ, ਮਟਰ ਤੇ ਮਸਰਾਂ ਦੀ ਖੇਤੀ ਕੀਤੀ। ਇੱਕ ਗੱਲ ਧਿਆਨ ਦੇਣ ਯੋਗ ਹੈ, ਇੱਥੇ ਚਾਵਲਾਂ ਦੀ ਗੱਲ ਨਹੀਂ ਹੋਈ। ਉਹਨਾਂ ਨੇ ਹਾਥੀ, ਘੋੜੇ, ਗਾਂ, ਬਲਦ, ਭੇਡ, ਬੱਕਰੀ ਤੇ ਮੁਰਗੀਆਂ ਪਾਲੀਆਂ। ਮੋਹਨਜੋਦੜੋ ਤੇ ਹੜੱਪਾ ਵਰਗੇ 2 ਵੱਡੇ ਵੱਡੇ ਨਗਰ ਵਸਾਏ। ਇਹਨਾਂ ਨਗਰਾਂ ਵਿੱਚ ਅਨਾਜ ਦੇ ਬਹੁਤ ਵੱਡੇ ਭੰਡਾਰ ਕਾਇਮ ਸਨ। ਗ੍ਰੇਨਰੀ ਹਾਊਸ ਮਿਲੇ ਹਨ ਕਿੱਥੋਂ? ਮੋਹਨਜੋਦੜੋ ਤੋਂ। ਇਸ ਅਨਾਜ ਨਗਰ ਦੇ ਕਾਰੀਗਰਾਂ, ਮਜ਼ਦੂਰਾਂ ਤੇ ਬਾਕੀ ਲੋਕਾਂ ਦੇ ਕੰਮ ਆਉਂਦਾ ਸੀ। ਉਹਨਾਂ ਨੇ ਬਲਦ ਗੱਡੀਆਂ ਵੀ ਬਣਾਈਆਂ, ਮਤਲਬ ਅਜਿਹੀ ਗੱਡੀਆਂ ਜਿਨ੍ਹਾਂ ਨੂੰ ਬਲਦ ਖਿੱਚਦੇ ਸਨ, ਜਿਨ੍ਹਾਂ ਰਾਹੀਂ ਉਹ ਅਨਾਜ ਇੱਧਰ ਉੱਧਰ ਲੈ ਕੇ ਜਾਂਦੇ ਸਨ। ਸਾਡੀ ਸਿੰਚਾਈ ਲਈ ਉਹਨਾਂ ਨੇ ਬੰਨ ਬਣਾਇਆ ਤੇ ਨਹਿਰਾਂ ਵੀ ਬਣਾਈਆਂ। ਫਿਰ ਆਇਆ ਵੈਦਿਕ ਯੁੱਗ। ਲਗਭਗ 4500 ਤੋਂ 3400 ਸਾਲ ਪਹਿਲਾਂ ਵੈਦਿਕ ਯੁੱਗ ਵਿੱਚ ਆਰੀਆ ਲੋਕਾਂ ਨੇ ਸਾਨੂੰ ਬੀਜਿਆ, ਫਸਲਾਂ ਨੂੰ ਉਗਾਇਆ। ਉਹਨਾਂ ਨੇ ਸਾਡੇ ਤੋਂ ਭੋਜਨ ਮਿਲਦਾ ਸੀ ਤੇ ਇਸ ਲਈ ਉਹ ਸਾਡੀ ਸੁਰੱਖਿਆ ਤੇ ਚੰਗੀ ਉਪਜ ਲਈ ਅਰਦਾਸਾਂ ਵੀ ਕਰਦੇ ਸਨ। ਸਾਡੇ ਅੰਨ ਨੂੰ ਦੇਵਤਾ ਜਾਂ ਪੂਜਨਯੋਗ ਅਤੇ ਪਵਿੱਤਰ ਮੰਨਦੇ ਸਨ। ਆਰੀਆ ਲੋਕ ਚੰਗੇ ਕਿਸਾਨ ਸਨ। ਕਣਕ, ਤਿਲ ਤੇ ਜੌਂ ਦੀ ਖੇਤੀ ਕਰਦੇ ਸਨ। ਖੇਤੀ ਦਾ ਗਿਆਨ ਵੱਧਦਾ ਗਿਆ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਉਗਾਇਆ ਜਾਣ ਲੱਗਾ। ਕਿਤੇ ਕਣਕ ਦੀ ਚੜ੍ਹ ਮਚ ਗਈ, ਕਿਤੇ ਝੋਨੇ ਦੇ ਖੇਤ ਲਹਿਰਾਉਣ ਲੱਗੇ। ਜਦੋਂ ਆਰਿਆ ਹੈ ਉਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਹੈ ਚਾਵਲਾਂ ਦੀ ਖੇਤੀ ਹੋਣ ਲੱਗੀ। ਜਿਹੜਾ ਝੋਨਾ ਹੈ, ਝੋਨੇ ਦਾ ਅਰਥ ਹੈ ਚਾਵਲ। ਠੀਕ ਹੈ ਨਾ, ਝੋਨੇ ਦਾ ਅਰਥ ਹੀ ਚਾਵਲ ਹੈ। ਕਿਤੇ ਗੰਨਾ ਆਪਣੀ ਮਿਠਾਸ ਘੋਲਣ ਲੱਗਿਆ। ਪੂਰੇ ਭਾਰਤ ਵਿੱਚ ਖੇਤੀ ਹੋਣ ਲੱਗ ਪਈ। ਸਾਡੇ ਅੰਨ ਦਾ ਮਹੱਤਵ ਦੱਸਿਆ ਜਾਣ ਲੱਗਿਆ ਵੀ ਅੰਨ ਦਾ ਕੀ ਮਹੱਤਵ ਹੈ। ਮਹਾਭਾਰਤ ਕਾਲ ਆਇਆ। ਖੇਤੀ ਦੇ ਨਾਲ ਨਾਲ ਗਊ ਪਾਲਣ ਵੀ ਵੱਧ ਗਿਆ। ਸਾਡੀ ਸਫਲ ਖੇਤੀ ਤੇ ਗਊ ਪਾਲਣ ਦੇ ਨਾਲ ਹੋਰ ਵੀ ਜ਼ਿਆਦਾ ਜਿਹੜਾ ਭਾਰਤ ਵਰਸ਼ ਹੈ ਉਹ ਅਮੀਰ ਹੋ ਗਿਆ, ਖੁਸ਼ਹਾਲ ਹੋ ਗਿਆ। ਉਧਰ ਨੀਲ ਦਰਿਆ ਦੀ ਘਾਟੀ ਵਿੱਚ ਵੀ ਸਾਡੀ ਖੇਤੀ ਸ਼ੁਰੂ ਹੋ ਗਈ। ਉੱਥੋਂ ਦੇ ਨਿਵਾਸੀਆਂ ਨੇ ਵੀ ਹਜ਼ਾਰਾਂ ਸਾਲ ਪਹਿਲਾਂ ਸਾਡੇ ਵਿੱਚੋਂ ਕਣਕ, ਮਟਰ, ਚੁਕੰਦਰ, ਕਪਾਹ, ਅੰਜੀਰ, ਖਜੂਰ, ਜੈਤੂਨ ਉਗਾਉਣੇ ਸ਼ੁਰੂ ਕਰ ਦਿੱਤੇ ਤੇ ਗੁਲਾਮਾਂ ਤੋਂ ਵੀ ਖੇਤੀ ਕਰਾਉਣ ਲੱਗੇ। ਉਹਨਾਂ ਨੇ ਬੱਕਰੀਆਂ, ਸਾਨ ਮਤਲਬ ਹੈ ਝੋਟੇ ਇੱਥੇ, ਤੇ ਗਧੇ ਵੀ ਪਾਲੇ। ਫਿਰ ਹੈ ਨੀਲ ਦਰਿਆ ਦੇ ਬੰਨ ਬਣਾਇਆ ਗਿਆ, ਸਿੰਚਾਈ ਦਾ ਪ੍ਰਬੰਧ ਕੀਤਾ ਗਿਆ। ਨੀਲ ਦਰਿਆ ਦੀ ਘਾਟੀ ਲਹਿਰਾਉਣ ਲੱਗੀ ਤੇ ਉੱਥੇ ਵੀ ਇੱਕ ਮਹਾਨ ਸੱਭਿਅਤਾ ਦਾ ਜਨਮ ਹੋਇਆ। ਉਸ ਤੋਂ ਬਾਅਦ ਜਿਸ ਨੂੰ ਅਸੀਂ ਮਿਸਰ ਸੱਭਿਅਤਾ ਦੇ ਨਾਂ ਨਾਲ ਵੀ ਜਾਣਦੇ ਹਾਂ। ਲਗਭਗ 3500 ਈਸਾ ਪੂਰਵ ਦੱਖਣੀ ਅਮਰੀਕਾ ਵਿੱਚ ਵੀ ਸੱਭਿਅਤਾਵਾਂ ਦਾ ਵਿਕਾਸ ਹੋਇਆ। ਇਹ ਸੱਭਿਅਤਾਵਾਂ ਵੀ ਸਾਡੇ ਉੱਤੇ ਹੀ ਪਲੀਆਂ। ਸਾਡੇ ਵਿੱਚੋਂ ਮੱਕੀ ਉਹਨਾਂ ਦੀ ਮੁੱਖ ਫਸਲ ਸੀ। ਕਿਹਨਾਂ ਦੀ? ਅਮਰੀਕਾ ਦੀ। ਜਿਹੜੀ ਦੱਖਣੀ ਅਮਰੀਕਾ ਹੈ ਉਸ ਦੀ ਸਭ ਤੋਂ ਮੁੱਖ ਫਸਲ ਜਿਹੜੀ ਸੀ ਮੱਕਾ ਜਾਂ ਮੱਕੀ ਸੀ। ਸੱਚ ਪੁੱਛੋ ਤਾਂ ਸਾਡੀ ਮੱਕੀ ਨੂੰ ਜਿੰਨਾ ਸਨਮਾਨ ਉੱਥੋਂ ਦੇ ਵਸਨੀਕਾਂ ਨੇ ਦਿੱਤਾ ਸ਼ਾਇਦ ਹੀ ਕਿਤੇ ਹੋਰ ਮਿਲਿਆ ਹੋਵੇ। ਮੱਕੀ ਤੋਂ ਇਲਾਵਾ ਮਿਰਚ, ਕਪਾਹ, ਕੋਕੋ, ਆਲੂ ਦੀ ਖੇਤੀ ਵੀ ਕਰਦੇ ਸਨ। ਖੇਤੀ ਵਧਣ ਦੇ ਨਾਲ ਨਾਲ ਉਹ ਪਿੰਡ ਵੀ ਫੈਲਦੇ ਗਏ। ਕਹਿਣ ਦਾ ਮਤਲਬ ਹੈ ਕਿ ਹਰੇਕ ਸੱਭਿਅਤਾ ਦਾ ਵਿਕਾਸ ਸਾਡੇ ਤੋਂ ਹੀ ਹੋਇਆ। ਜੇਕਰ ਖੇਤੀ ਦੀ ਸ਼ੁਰੂਆਤ ਹੋਈ, ਫਸਲਾਂ ਉਗਾਈਆਂ ਜਾਣ ਲੱਗੀਆਂ, ਉਦੋਂ ਹੀ ਸੱਭਿਅਤਾ ਦਾ ਵਿਕਾਸ ਹੋਇਆ। ਨਹੀਂ ਤਾਂ ਅੱਜ ਵੀ ਆਦੀ ਮਾਨਵ ਹੀ ਰਹਿ ਜਾਂਦਾ। ਹਰੇਕ ਸੱਭਿਅਤਾ ਸਾਡੇ ਉੱਪਰ ਹੀ ਪਲੀ। ਇੰਜ ਸਮਝੋ ਜਿੱਥੇ ਜਿੱਥੇ ਸਾਡੇ ਬੀਜ ਉੱਗ ਗਏ ਉੱਥੇ ਉੱਥੇ ਮਨੁੱਖੀ ਸੱਭਿਅਤਾ ਦਾ ਜਨਮ ਹੋਇਆ। ਇੱਕ ਹੋਰ ਗੱਲ, ਮਨੁੱਖ ਨੇ ਸਾਡੇ ਉੱਤੇ ਬਹੁਤ ਅਹਿਸਾਨ ਕੀਤਾ ਹੈ। ਸਾਨੂੰ ਪਿਆਰ ਨਾਲ ਪਾਲਤੂ ਬਣਾਇਆ। ਇਸ ਲਈ ਉਸਨੇ ਬਹੁਤ ਮੁਸ਼ਕਲਾਂ ਵੀ ਝੱਲੀਆਂ। ਤੁਹਾਡੇ ਪੁਰਖਿਆਂ ਨੇ ਨਾ ਜਾਣੇ ਕਿੰਨੇ ਦਰਖਤਾਂ, ਦੂਜੀਆਂ ਬਨਸਪਤੀਆਂ ਨੂੰ ਵੇਖਿਆ, ਪਰਖਿਆ, ਸਵਾਦ ਵੇਖਿਆ। ਉਹਨਾਂ ਵਿੱਚੋਂ ਕਈ ਪੌਦੇ ਕੋੜੇ, ਕੁਸੈਲੇ ਸਨ, ਕਈ ਨਸ਼ੀਲੇ, ਕਈ ਜ਼ਹਿਰੀ ਸਨ। ਪਰ ਸਵਾਦ ਵੇਖ ਕੇ ਉਸਨੇ ਅਣਗਿਣਤ ਪੌਦਿਆਂ ਵਿੱਚੋਂ ਸਾਡੀ ਚੋਣ ਕੀਤੀ, ਮਤਲਬ ਚੁਣਾਵ ਕੀਤਾ। ਸਾਡੇ ਖੇਤਾਂ ਤੇ ਬਾਗ ਬਗੀਚਿਆਂ ਵਿੱਚ ਉਗਾਇਆ। ਇਹ ਸਾਰਾ ਕੁਝ ਦਿਨਾਂ ਜਾਂ ਸਾਲਾਂ ਵਿੱਚ ਨਹੀਂ, ਸਗੋਂ ਹਜ਼ਾਰਾਂ ਸਾਲਾਂ ਵਿੱਚ ਹੋਇਆ। ਕਿਤੇ ਜਾ ਕੇ ਮਨੁੱਖ ਨੇ ਆਪਣੇ ਆਪ ਨੂੰ ਸਾਨੂੰ ਆਪਣੀ ਫਸਲ ਦਾ ਰੂਪ ਦਿੱਤਾ।
ਉਸਨੇ ਸਾਨੂੰ ਕਿੱਥੋਂ ਕਿੱਥੋਂ ਨਹੀਂ ਚੁਗਿਆ। ਸਾਡੇ ਵਿੱਚੋਂ ਕਣਕ, ਜੌਂ, ਚੌਲ, ਜਵਾਰ, ਕਪਾਹ, ਸੋਇਆਬੀਨ, ਗੰਨਾ, ਚਾਹ ਅਜਿਹੀਆਂ ਫਸਲਾਂ ਏਸ਼ੀਆ ਤੋਂ ਮਿਲੀਆਂ। ਚੁਕੰਦਰ ਪੱਛਮੀ ਏਸ਼ੀਆ ਤੋਂ, ਯੂਰਪ ਵਿੱਚੋਂ ਕਾਫੀ, ਅਫਰੀਕਾ ਵਿੱਚੋਂ ਮੱਕੀ, ਆਲੂ, ਮੂੰਗਫਲੀ, ਤੰਬਾਕੂ ਦੱਖਣੀ ਅਮਰੀਕਾ ਤੋਂ, ਤੇ ਕੋਕੋ ਮੱਧ ਏਸ਼ੀਆ ਤੋਂ ਆਇਆ। ਇਸ ਪ੍ਰਕਾਰ ਸਾਡੇ ਲਈ ਮਨੁੱਖ ਨੇ ਕਈ ਲੜਾਈਆਂ ਲੜੀਆਂ, ਕਈ ਸਾਮਰਾਜ ਸਾਡੇ ਕਾਰਨ ਵਧੇ ਫੁੱਲੇ ਤੇ ਕਈ ਸਮਾਪਤ ਹੋ ਗਏ। ਜਿੱਥੇ ਜਿੱਥੇ ਮਨੁੱਖ ਗਿਆ ਸਾਨੂੰ ਨਾਲ ਲੈ ਗਿਆ। ਇਸ ਤਰ੍ਹਾਂ ਅਸੀਂ ਵੀ ਕਿੱਥੋਂ ਕਿੱਥੋਂ ਪਹੁੰਚ ਗਏ। ਸਾਡੇ ਵਿੱਚੋਂ ਚੌਲ ਭਾਰਤ ਤੋਂ ਹੋ ਕੇ ਚੀਨ, ਜਾਪਾਨ ਰਾਹੀਂ ਸਾਰੇ ਭਾਰਤ ਵਿੱਚ ਫੈਲ ਗਏ, ਸਾਰੇ ਸੰਸਾਰ ਵਿੱਚ ਫੈਲ ਗਏ। ਪੱਛਮੀ ਏਸ਼ੀਆ ਵਿੱਚ ਪੈਦਾ ਹੋਈ ਕਣਕ ਅੱਜ ਸਾਰੀ ਦੁਨੀਆ ਵਿੱਚ ਲਹਿਰਾਉਂਦੀ ਹੈ। ਭਾਰਤ ਦਾ ਗੰਨਾ ਕਈ ਦੇਸ਼ਾਂ ਦੀ ਮੁੱਖ ਫਸਲ ਬਣ ਕੇ ਦੁਨੀਆ ਭਰ ਦੇ ਲੋਕਾਂ ਦਾ ਮੂੰਹ ਮਿੱਠਾ ਕਰ ਰਿਹਾ ਹੈ। ਦੱਖਣੀ ਅਮਰੀਕਾ ਦੀ ਮੱਕੀ, ਆਲੂ ਤੇ ਤੰਬਾਕੂ ਨੂੰ ਅੱਜ ਨਾ ਜਾਣੇ ਕਿੰਨੇ ਦੇਸ਼ ਉਗਾ ਰਹੇ ਹਨ। ਮੂੰਗਫਲੀ ਖਾਂਦਿਆਂ ਕਦੀ ਤੁਸੀਂ ਸੋਚਿਆ ਹੈ ਕਿ ਇਸ ਦਾ ਜਨਮ ਦੱਖਣੀ ਅਮਰੀਕਾ ਵਿੱਚ ਹੋਇਆ ਹੈ। ਅੱਜ ਇੱਥੇ ਇਸ ਨੂੰ ਕਿਹੜਾ ਨਹੀਂ ਜਾਣਦਾ। ਚੀਨ ਦੀ ਸੋਇਆਬੀਨ ਸੰਸਾਰ ਦੇ ਅਨੇਕ ਦੇਸ਼ਾਂ ਵਿੱਚ ਉਗਾਈ ਜਾ ਰਹੀ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਵੀ ਆਦਮੀ ਨੇ ਕਦਮ ਗਏ ਸਾਡੀ ਜੜ੍ਹਾਂ ਲੱਗਦੀ ਚਲੀ ਗਈਆਂ। ਬੱਚੋ, ਤੁਹਾਡੀ ਫਸਲ ਦੀ ਕਹਾਣੀ ਇੰਝ ਹੀ ਅੱਗੇ ਤੁਰਦੀ ਗਈ ਤੇ ਅੱਜ ਵੀ ਤੁਰ ਰਹੀ ਹੈ। ਇਸ ਪ੍ਰਕਾਰ ਫਸਲਾਂ ਦੀ ਕਹਾਣੀ ਪਾਠ ਪੂਰਾ ਹੁੰਦਾ ਹੈ। ਹੁਣ ਅਸੀਂ ਵੇਖਾਂਗੇ ਔਖੇ ਸ਼ਬਦਾਂ ਦੇ ਅਰਥ। ਸੱਭਿਅਤਾ ਕਿਸੇ ਇਲਾਕੇ ਵਿੱਚ ਲੋਕਾਂ ਦਾ ਜੀਵਨ ਬਤੀਤ ਕਰਨ ਦਾ ਢੰਗ। ਪੁਰਖੇ, ਬਜ਼ੁਰਗ, ਕੰਦਮੂਲ, ਜੰਗਲ ਵਿੱਚ ਪੈਦਾ ਹੋਣ ਵਾਲਾ ਬੂਟਾ ਤੇ ਉਸ ਦਾ ਫਲ। ਨਮੀ, ਧਰਤੀ ਦਾ ਗਿੱਲਾਪਣ ਜਾਂ ਸਿੱਲ। ਫੁਟਾਰਾ, ਪੁੰਗਰਨਾ। ਸਿੰਧ, ਦਰਿਆ ਦਾ ਨਾਮ ਹੈ ਸਿੰਧੂ। ਘਾਟੀ, ਪਹਾੜਾਂ ਦੀ ਨੀਵਨਤਾ ਵਾਲੀ ਜਗ੍ਹਾ। ਜਿੱਥੇ ਦੋ ਪਹਾੜਾਂ ਦੇ ਵਿੱਚ ਦੀ ਨੀਵੀਂ ਜਗ੍ਹਾ ਹੁੰਦੀ ਹੈ ਨਾ, ਉਹਨੂੰ ਘਾਟੀ ਕਿਹਾ ਜਾਂਦਾ ਹੈ। ਆਰੀਆ, ਇੱਕ ਸੱਭਿਅਤਾ ਦੇ ਲੋਕ, ਪੂਰਵ, ਪਹਿਲਾਂ। ਉਸ ਤੋਂ ਬਾਅਦ ਪ੍ਰਸ਼ਨ ਉੱਤਰ, ਖਾਲਿਸਤਾਨ ਤੇ ਵਾਕ, ਜਿਹੜੇ ਆਓ ਅਸੀਂ ਹੁਣ ਕਰਦੇ ਹਾਂ। ਸਭ ਤੋਂ ਪਹਿਲਾਂ ਬੀਜਾਂ ਦਾ ਨਵਾਂ ਜਨਮ ਕਿਸ ਤਰ੍ਹਾਂ ਹੋਇਆ। ਹਵਾ ਚੱਲਣ ਨਾਲ ਲਹਿਰਾਉਂਦੇ ਹੋਏ ਬੂਟਿਆਂ ਦੇ ਬੀਜ ਹੇਠਾਂ ਚੜ੍ਹ ਗਏ। ਆਦਿ ਮਾਨਵ ਨੇ ਉਹ ਚੁੱਕ ਲਏ ਤੇ ਬਾਹਰ ਸੁੱਟ ਦਿੱਤੇ। ਮੀਂਹ ਪੈਣ ਨਾਲ ਉਹ ਉੱਗ ਗਏ। ਇਸ ਤਰ੍ਹਾਂ ਬੀਜਾਂ ਦਾ ਜਨਮ ਹੋਇਆ। ਪ੍ਰਸ਼ਨ ਨੰਬਰ 2, ਮਨੁੱਖ ਨੇ ਖੇਤੀ ਕਿਸ ਤਰ੍ਹਾਂ ਸ਼ੁਰੂ ਕੀਤੀ। ਸਾਡੇ ਵੱਡੇ ਵਡੇਰਿਆਂ ਨੇ ਕਈ ਫਸਲਾਂ ਨੂੰ ਪਾਲਤੂ ਬਣਾਇਆ, ਕਈ ਫਸਲਾਂ ਦੇ ਬੀਜ ਬੀਜੇ, ਕਈ ਫਸਲਾਂ ਦੀ ਜੜ੍ਹਾਂ ਲਾਈਆਂ। ਇਸ ਤਰ੍ਹਾਂ ਖੇਤੀ ਦੀ ਸ਼ੁਰੂਆਤ ਹੋਈ। ਪਿੰਡ ਕਿਸ ਤਰ੍ਹਾਂ ਬਣੇ। ਇਸ ਦਾ ਉੱਤਰ ਹੈ ਦਰਿਆਵਾਂ ਦੇ ਕਿਨਾਰੇ। ਦਰਿਆਵਾਂ ਮਤਲਬ ਨਦੀਆਂ ਦੇ ਕਿਨਾਰੇ ਵਾਲੀ ਜ਼ਮੀਨ 'ਤੇ ਬੀਜ ਵਧੀਆ ਉੱਗਦੇ ਸਨ ਅਤੇ ਉਪਜ ਵੀ ਭਰਪੂਰ ਹੁੰਦੀ ਸੀ। ਇਸ ਲਈ ਉਹ ਨਦੀ ਦੇ ਕਿਨਾਰਿਆਂ 'ਤੇ ਰਹਿਣ ਲੱਗੇ। ਕਈ ਪਰਿਵਾਰ ਨੇੜੇ ਨੇੜੇ ਰਹਿਣ ਲੱਗੇ ਅਤੇ ਹੌਲੀ ਹੌਲੀ ਪਿੰਡ ਵਸ ਗਏ। ਸਿੰਧੂ ਘਾਟੀ ਦੀ ਮੁੱਖ ਫਸਲ ਕਣਕ, ਜੌਂ, ਕਪਾਹ, ਤਿਲ, ਮਟਰ, ਮਸਰ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਸਿੰਧੂ ਘਾਟੀ ਮਨੁੱਖੀ ਸੱਭਿਅਤਾ ਦਾ ਵਿਕਾਸ ਕਿਸ ਤਰ੍ਹਾਂ ਹੋਇਆ। ਦਰਿਆਵਾਂ ਦੇ ਕਿਨਾਰੇ ਜਦੋਂ ਲੋਕਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉੱਥੇ ਪਿੰਡ ਵਸ ਗਏ। ਫਿਰ ਪਿੰਡ ਕਸਬਿਆਂ ਵਿੱਚ ਬਦਲ ਗਏ, ਕਸਬੇ ਨਗਰਾਂ ਵਿੱਚ ਬਦਲ ਗਏ ਅਤੇ ਮਨੁੱਖੀ ਸੱਭਿਅਤਾ ਦਾ ਵਿਕਾਸ ਹੋਇਆ। ਇਸ ਪਾਠ ਵਿੱਚ ਆਈਆਂ ਫਸਲਾਂ ਦੇ ਨਾਂ ਲਿਖੋ। ਇਸ ਪਾਠ ਵਿੱਚ ਆਈਆਂ ਮੁੱਖ ਫਸਲਾਂ ਹਨ ਕਣਕ, ਜੌਂ, ਕਪਾਹ, ਤਿਲ, ਮਟਰ, ਮਸਰ, ਚਾਵਲ, ਗੰਨਾ, ਚੁਕੰਦਰ, ਕਪਾਹ, ਅੰਜੀਰ, ਖਜੂਰ, ਜੈਤੂਨ, ਮੱਕੀ, ਆਲੂ, ਮੂੰਗਫਲੀ, ਤੰਬਾਕੂ, ਕੋਕੋ, ਮਿਰਚ। ਇਹ ਸਾਰੀ ਫਸਲਾਂ ਜਿਹੜੀਆਂ ਨੇ ਮੁੱਖ ਰੂਪ ਨਾਲ ਇਸ ਪਾਠ ਵਿੱਚ ਆਈਆਂ ਹਨ। ਫਿਰ ਹੈ ਵਾਕਾਂ ਵਿੱਚ ਵਰਤੋ। ਬੀਜ, ਹੁਣ ਮਨੁੱਖ ਹਲ ਵਾਹ ਕੇ ਬੀਜ ਬੀਜਣ ਲੱਗ ਪਿਆ। ਝਾੜੀਆਂ, ਆਦਿ ਮਾਨਵ ਨੇ ਝਾੜੀਆਂ ਸਾਫ਼ ਕਰਕੇ ਖੇਤ ਬਣਾਉਣੇ ਸ਼ੁਰੂ ਕਰ ਦਿੱਤੇ। ਸ਼ਿਕਾਰ, ਆਦਿ ਮਾਨਵ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ। ਉਸ ਤੋਂ ਬਾਅਦ ਹੈ ਮਾਸ, ਆਦਿ ਮਾਨਵ ਨੇ ਜਾਨਵਰਾਂ ਦਾ ਕੱਚਾ ਮਾਸ ਖਾ ਕੇ ਗੁਜ਼ਾਰਾ ਕੀਤਾ। ਗੁਫਾ, ਆਦਿ ਮਾਨਵ ਗੁਫਾ ਵਿੱਚ ਰਹਿੰਦਾ ਸੀ। ਨਮੀ, ਮੀਂਹ ਪੈਣ ਨਾਲ ਧਰਤੀ ਵਿੱਚ ਨਮੀ ਪੈਦਾ ਹੋ ਜਾਂਦੀ ਹੈ। ਪਾਲਤੂ, ਸ਼ੇਰੂ ਸਾਡਾ ਪਾਲਤੂ ਕੁੱਤਾ ਹੈ। ਖੇਤੀ, ਆਦਿ ਮਾਨਵ ਜਾਨਵਰਾਂ ਤੋਂ ਖੇਤੀ ਦਾ ਕੰਮ ਲੈਂਦਾ ਸੀ। ਫਿਰ ਹੈ ਖਾਲੀ ਥਾਂ ਭਰੋ। ਤੁਹਾਡੇ ਪੁਰਖੇ ਉਦੋਂ ਡੈਸ਼ ਵਿੱਚ ਰਹਿੰਦੇ ਸਨ। ਡੈਸ਼, ਗੁਫਾਵਾਂ। ਉਸਨੇ ਜੰਗਲੀ ਜਾਨਵਰਾਂ ਨੂੰ ਫੜ ਕੇ ਡੈਸ਼ ਬਣਾਇਆ। ਪਾਲਤੂ। ਸਿੰਧੂ ਘਾਟੀ ਦੀ ਸੱਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਤਨ ਸੱਭਿਅਤਾ ਹੈ। ਕਿਸ ਦੀ ਸੱਭਿਅਤਾ? ਸਿੰਧੂ ਘਾਟੀ ਦੀ। ਵੈਦਿਕ ਯੁੱਗ ਵਿੱਚ ਆਰੀਆ ਲੋਕਾਂ ਨੇ ਸਾਨੂੰ ਬੀਜਿਆ। ਇੱਥੇ ਆਰੀਆ ਡੈਸ਼ ਹੈ। ਉਹ ਡੈਸ਼ ਤੋਂ ਵੀ ਖੇਤੀ ਕਰਾਉਣ ਲੱਗੇ, ਗੁਲਾਮਾਂ ਤੋਂ। ਜਿਹੜੇ ਗੁਲਾਮ ਅਸੀਂ ਆਪਣੇ ਫ੍ਰੀ ਦੇ ਨੌਕਰ ਜਿਹੜੇ ਨੇ, ਜਿਨ੍ਹਾਂ ਨੂੰ ਕੋਈ ਪੇਮੈਂਟ ਨਹੀਂ ਕਰਨੀ ਹੁੰਦੀ, ਉਹਨਾਂ ਨੂੰ ਗੁਲਾਮ ਹੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਸਾਡਾ ਅੱਜ ਦਾ ਇਹ ਪਾਠ ਵੀ ਪੂਰਾ ਹੁੰਦਾ ਹੈ। ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅਤੇ ਸਾਡੀ ਸਾਰੀ ਵੀਡੀਓ ਵਿੱਚ ਅਸੀਂ ਪ੍ਰਸ਼ਨ ਉੱਤਰ, ਵਾਕ, ਬੁੱਕ ਵਰਕ ਜੋ ਵੀ ਕੁਛ ਹੈ
ਸਾਰਾ ਮੈਂਸ਼ਨ ਕੀਤਾ ਹੈ। ਤੁਸੀਂ ਇਸ ਨੂੰ ਵੇਖ ਕੇ ਸਮਝ ਕੇ ਇਸ ਦਾ ਲਾਭ ਉਠਾ ਸਕਦੇ ਹੋ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ। ਰੱਬ ਰਾਖਾ।